12 उसका 9 12 दिन प्रेम निष्कपट हो, बुराई से घृणा करो, पढ़ाई में लगे रहो। यस हालेलुया। और 13 8 पढ़िए। आपस के प्रेम को छोड़ और किसी बात में किसी के कर्जदार न हो, क्योंकि जो दूसरे से प्रेम रखता है उसी ने व्यवस्था पूरी की। यस हालेलुया। हालेलुया। की लिखिਆ प्रभु ਦਾ वचन ਕਹਿੰਦਾ ਹੈ ਕਿ ਆਪਸ ਦੇ ਵਿੱਚ ਪ੍ਰੇਮ ਨੂੰ ਛੱਡ ਹੋਰ ਕਿਸੇ ਵੀ ਗੱਲ ਦੇ ਵਿੱਚ ਤੁਸੀਂ ਕਰਜ਼ਦਾਰ ਨਾ ਹੋ। ਹਾਲੇਲੂਇਆ। ਅਗਰ ਸਾਡੇ ਅੰਦਰ ਪ੍ਰੇਮ ਹੈ ਬਸ ਇਹੀ ਅਸੀਂ ਕਿ ਇੱਕ ਦੂਜੇ ਦੇ ਕਰਜ਼ਦਾਰ ਹੋਈਏ। ਔਰ ਅੱਗੇ ਲਿਖਿਆ ਜੋ ਦੂਸਰੇ ਨੂੰ ਪ੍ਰੇਮ ਕਰਦਾ ਹੈ ਉਹ ਵਿਵਸਥਾ ਨੂੰ ਪੂਰਾ ਕਰਦਾ, ਜਾਨੀ ਉਹ ਪਰਮੇਸ਼ਰ ਦੀ ਬਾਣੀ ਨੂੰ ਪੂਰਾ ਕਰਦਾ। ਹਾਲੇਲੂਇਆ। ਸੋ ਭੈਣੋ ਭਾਈਓ, ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਆਪਸ ਦੇ ਵਿੱਚ ਸਿਰਫ ਪ੍ਰੇਮ ਦੇ ਹੀ ਕਰਜ਼ਦਾਰ ਹੋ, ਹੋਰ ਕਿਸੇ ਵੀ ਚੀਜ਼ ਦੇ ਤੁਸੀਂ ਕਰਜ਼ਦਾਰ ਨਹੀਂ ਹੋਣੇ ਚਾਹੀਦੇ। ਹਾਲੇਲੂਇਆ ਹਾਲੇਲੂਇਆ। ਹੋਰ ਤੁਸੀਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਚੀਜ਼ ਦੇ ਕਰਜ਼ਦਾਰ ਨਹੀਂ ਹੋ, ਸਿਰਫ ਪ੍ਰੇਮ ਦੇ ਸਿਵਾਏ। ਹਾਲੇਲੂਇਆ। ਹਾਂਜੀ ਪੜ੍ਹੀਏ। ਇਹ ਆਪਣੇ ਅੱਗੇ ਆ ਰਿਹਾ, ਆਪਾਂ ਉਸ ਤੋਂ ਦੇਖਦੇ ਜਦੋਂ ਆਪਾਂ ਪੁਰਾਣਾ ਦੂਸਰੀ ਪਹਿਲੀ ਅਧ ਪੜ੍ਹੀ ਸੀ ਉਹਦੇ ਵਿੱਚ ਕੀ ਲਿਖਿਆ, ਪ੍ਰੇਮ ਨਿਸ਼ਕਪਟ ਹੋ, ਹੈ ਨਾ, ਬੁਰਾਈ ਤੋਂ ਘृणा ਕਰੋ ਤੇ ਭਲਾਈ ਦੇ ਵਿੱਚ ਲੱਗੇ ਰਹੋ। ਜੋ ਸਾਡਾ ਪ੍ਰੇਮ ਹੋਵੇ, ਕਿਸੇ ਦਾ ਲਾਲਚ ਨਾ ਹੋਵੇ ਕਿ ਭਾਈ ਮੈਨੂੰ ਇਸ ਦੇ ਵਿੱਚ ਇਹ ਲਾਲਚ ਹੈ ਤੇ ਮੈਨੂੰ ਮੈਂ ਜਦੋਂ ਇਹਨੂੰ ਪਿਆਰ ਕਰਾਂਗਾ ਜਾਂ ਇਹਦੇ ਨਾਲ ਮੈਂ ਕੋਈ ਰਿਸ਼ਤਾ ਬਣਾ ਕੇ ਰੱਖਾਂਗਾ ਤੇ ਮੈਨੂੰ ਇਹ ਚੀਜ਼ਾਂ ਮਿਲਣਗੀਆਂ। ਹਾਲੇਲੂਇਆ। ਉਸ ਚੀਜ਼ ਤੋਂ ਦੂਰ ਰਹਿ ਜਾਓ। ਨਹੀਂ, ਕਿਸੇ ਜ਼ਰੂਰੀ ਨਹੀਂ ਹੈ ਕਿ ਸਾਨੂੰ ਅਸੀਂ ਕਿਸੇ ਦੇ ਨਾਲ ਅਗਰ ਰਿਸ਼ਤਾ ਬਣਾਉਂਦੇ ਹਾਂ ਜਾਂ ਕੋਈ ਭੈਣ ਦਾ ਭਰਾ ਦਾ ਕੋਈ ਵੀ ਸਾਡਾ ਰਿਸ਼ਤਾ ਹੁੰਦਾ ਤੇ ਉਹਦੇ ਇਹ ਆਸ ਨਾ ਰੱਖੋ ਕਿ ਸਾਨੂੰ ਕੁਝ ਮਿਲੇਗਾ ਉਹਦੇ ਵਿੱਚ। ਹਾਲੇਲੂਇਆ। ਤੁਹਾਡਾ ਪਿਆਰ ਨਿਸ਼ਕਪਟ ਹੋਣਾ ਚਾਹੀਦਾ, ਉਹਦੇ ਵਿੱਚ ਕਪਟ ਨਹੀਂ ਹੋਣਾ ਚਾਹੀਦਾ, ਉਹਦੇ ਵਿੱਚ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ, ਉਹਦੇ ਵਿੱਚ ਕਿਸੇ ਪ੍ਰਕਾਰ ਦਾ ਦੁੱਖ ਪਰੇਸ਼ਾਨੀਆਂ ਨਹੀਂ ਹੋਣੀਆਂ ਚਾਹੀਦੀਆਂ। ਹਾਲੇਲੂਇਆ। ਤੁਹਾਡਾ ਪ੍ਰੇਮ ਐਸਾ ਹੋਣਾ ਚਾਹੀਦਾ ਕਿ ਲੋਕ ਤੁਹਾਡੇ ਪ੍ਰੇਮ ਦੀਆਂ ਗਵਾਹੀਆਂ ਦੇਣ। ਹਾਲੇਲੂਇਆ। कि सचमुच ਤੁਹਾਡਾ प्रेम है। हाँ जी 12-10 तो पढ़िए। भाईचारे के प्रेम से एक दूसरे से स्नेह रखो, परस्पर आदर करने में एक दूसरे से बढ़ चलो। यस हालेलुया। कि लिखिਆ ਭਾਈਚਾਰੇ ਦੇ ਪ੍ਰੇਮ ਦੇ ਵਿੱਚ ਇੱਕ ਦੂਸਰੇ ਦੇ ਨਾਲ ਸਨੇਹ ਰੱਖੋ, ਉਹਦੇ ਨਾਲ ਤੁਹਾਡਾ ਇੰਨਾ ਪਿਆਰ ਹੋਣਾ ਚਾਹੀਦਾ, ਉਹ ਇੰਨਾ ਆਦਰ ਤੁਹਾਡੇ ਦਿਲ ਦੇ ਵਿੱਚ ਉਹਦੇ ਲਈ ਹੋਣਾ ਚਾਹੀਦਾ, ਇੱਕ ਉਹਦੀ ਜਗ੍ਹਾ ਐਸੀ ਹੋਣੀ ਚਾਹੀਦੀ ਹੈ। ਨਹੀਂ ਅਗਰ ਜਿੱਦਾਂ ਕਿ ਨਾ ਕਿਦਾ ਆਦਰ ਕਰੋ ਤੇ ਇੱਕ ਦੂਸਰੇ ਦੇ ਵਿੱਚ ਵੱਧ ਕੇ। ਹਾਲੇਲੂਇਆ। ਅਸੀਂ ਐਕਸਪੋਜ਼ ਕਰਦੇ ਹਾਂ ਕਿ ਜਦ ਥੋੜੀ ਜਿਹੀ ਅਗਰ ਅਸੀਂ ਕਿਤੇ ਕਰ ਗਏ ਹਾਂ ਤੇ ਉਸਨੇ ਸਾਨੂੰ ਚਾਹ ਪਈ ਤੇ ਸਾਡਾ ਫਰਜ਼ ਬਣਦਾ ਜਦੋਂ ਸਾਡੇ ਘਰ ਆਏ ਤੇ ਉਸਨੂੰ ਖਾਣਾ ਵੀ ਖਿਲਾਈਏ। ਹਾਲੇਲੂਇਆ। ਮਤਲਬ ਇੰਨਾ ਆਦਰ ਹੋਣਾ ਚਾਹੀਦਾ ਇੱਕ ਦੂਜੇ ਦੇ ਪ੍ਰਤੀ, ਇੰਨਾ ਸਾਨੂੰ ਪ੍ਰੇਮ ਹੋਣਾ ਚਾਹੀਦਾ, ਹੋਰ ਕੋਈ ਵੀ ਕਿਸੇ ਚੀਜ਼ ਦੀ ਸ਼ਿਕਵਾ ਗਿਲਾ ਨਹੀਂ ਹੋਣਾ ਚਾਹੀਦਾ। ਅਗਰ ਕੋਈ ਧੋਖਾ ਕਰਦਾ ਵੀ ਹੈ ਤੇ ਉਸ ਨੂੰ ਵੀ ਐਦਾਂ ਦਾ ਮਹਿਸੂਸ ਹੋਣ ਦਿਓ ਕਿ ਯਾਰ ਇਹਨੂੰ ਸ਼ਾਇਦ ਪਤਾ ਨਹੀਂ। ਹਾਲੇਲੂਇਆ। ਪਰ ਪਰਮੇਸ਼ਰ ਦੀ ਬਾਣੀ ਦੇ ਦੁਆਰਾ ਤੁਹਾਡਾ ਪ੍ਰੇਮ ਇੰਨਾ ਤੇਜ਼ ਹੋਣਾ ਚਾਹੀਦਾ ਕਿ ਉਹ ਬੰਦਾ ਆਪਣੀ ਬੁਰਾਈਆਂ ਹੀ ਛੱਡ ਜਾਵੇ। ਹਾਲੇਲੂਇਆ। ਸਿਰਫ ਤੁਹਾਡੇ ਪਿਆਰ ਦੇ ਅੱਗੇ ਨਾ ਹਾਰ ਜਾਏ। ਹਾਂਜੀ। प्रयत्न करने में आलसी न हो, आत्मिक उन्माद में स्थिर रहो, प्रभु की सेवा करते रहो। ठीक है। प्रयत्न करने में आलसी ना हो, कदे कोई तुसी पहल करनी हो तो आलसी ना हो, चल कोई नहीं ਆਪਾਂ ਕੱਲ ਨੂੰ ਉਹਦੇ ਨਾਲ ਗੱਲ ਕਰਾਂਗੇ, ਨਹੀਂ ਚੱਲ ਆਪਾਂ ਪਰਸੋਂ ਗੱਲ ਕਰਾਂਗੇ। ਠੀਕ ਹੈ। ਪ੍ਰਯਤਨ ਕਰ ਆਲਸ ਨਾ, ਤੁਸੀਂ ਕੋਈ ਵੀ ਕੰਮ ਕਰਦੇ ਹੋ ਚ ਆਲਸਪਨ ਨਹੀਂ ਹੋਣਾ ਚਾਹੀਦਾ ਤੁਹਾਡਾ। ਹਾਲੇਲੂਇਆ। ਔਰ ਆਤਮਿਕ ਉਨਮਾਦ ਵਿੱਚ ਪਰ ਆਤਮਾ ਦੇ ਵਿੱਚ ਭਰੇ ਰਹੋ, ਇੱਕ ਆਤਮਿਕ ਵਰਦਾਨਾਂ ਦੀ ਖੋਜ ਕਰੋ, ਪਰਮੇਸ਼ਵਰ ਦਾ ਜੋ ਸਾਡਾ ਰਿਸ਼ਤਾ ਹੈ ਉਹਦੇ ਵਿੱਚ ਭਰੇ ਰਹੋ, ਔਰ ਪਰਮੇਸ਼ਵਰ ਦੇ ਲੋਕਾਂ ਦੇ ਨਾਲ ਇੰਨਾ ਪਿਆਰ ਕਰੋ ਕਿ ਲੋਕ ਤੁਹਾਨੂੰ ਆਪਣਾ ਸਮਝਣ। ਹਾਲੇਲੂਇਆ। और कहन कि सचमुच परमेश्वर दे लोग। लिखा तुम प्रभु की सेवा करते रहो। हम प्रभु की सेवा करनी है, प्रभु यीशु मसीह की सेवा किस रीति नाल कर सकोगे। हालेलुया। प्रभु यीशु मसीह का तुहाडे सामने तो आने वाला नहीं है कि तुसीं उहदे गोडे गिट्टे घुट दोगे या उन्होंने होर भी कुछ खिला दोगे या कुछ ऐसा काम कर लो। हालेलुया। उहदी सेवा करने के बहुत सारे तरीके ने। हालेलुया। उहदी सेवा किस रीति दे नाल करना है, उहदी सेवा किवें असीं अपने अंदर लैके आना है। ज़्यादातर तो असी सोचते हैं कि जो प्रभु की सेवा करांगे तो साडा की काम, असीं पास्टर थोड़ी असीं जो सेवा कर लेंगे। हालेलुया। जब तुसीं अपने घर दे विच भी ज़्यादातर गल्लां करदे हो, घर दे विच भी तुसीं काफ़ी टाइम हसी मजाक दे विच बिता दिंदे हो ते उहदे विच भी तुसीं परमेश्वर दी वचन की गल शुरू कर सकदे। सानू परमेश्वर का वचन की सिखाता है, सानू परमेश्वर का वचन देखो सारा ये काम होने वाला सी कि आपां वचन सुनिया, वो वचन पढ़िया कि अपने काम हो गए। हालेलुया। साडे वचन ने, परमेश्वर के वचन ने साडी जिंदगी, हाँ सानू ये वचन सिखाया गया, इस वचन दे विच असीं की सिक्ख्या,
देखो उस फलानी ऐप ਵਿੱਚ ਫਲਾਣੇ ਵਚਨ ਦੇ ਵਿੱਚ ਇਹ ਇਦਾਂ ਦੀ ਗੱਲ ਲਿਖੀ ਹੋਈ ਹੈ, ਕਿੰਨੀ ਸੋਹਣੀ ਗੱਲ ਲਿਖੀ ਹੋਈ ਹੈ। ਹਾਲੇਲੂਇਆ। ਇਹ ਵੀ ਸਾਡੀ ਸੇਵਾ, ਅਸੀਂ ਆਪਣੇ ਆਪ ਦੇ ਡਿਸਕਸ ਕਰਦੇ ਨਾ ਵਚਨ ਦੀ, ਉਹ ਵੀ ਇੱਕ ਬਹੁਤ ਵੱਡੀ ਸੇਵਾ ਹੈ। ਤੇ ਜਦ ਅਸੀਂ ਆਪਣੇ ਚਰਚ ਵਿੱਚ ਜਾ ਕੇ ਕੁਝ ਕੰਮ ਕਰਦੇ, ਉਹ ਵੀ ਸਾਡੀ ਸੇਵਾ ਹੈ। ਤੇ ਜਾਂ ਅਸੀਂ ਕਿਸੇ ਦੀ ਮਦਦ ਕਰਦੇ, ਉਹ ਵੀ ਕਿਸੇ ਦੀ ਸਾਡੀ ਪ੍ਰਭੂ ਦੇ ਵਿੱਚ ਸੇਵਾ ਹੈ। ਹਾਲੇਲੂਇਆ, ਹਾਲੇਲੂਇਆ। ਕਈ ਵਾਰ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ, ਕਿਸੇ ਬਜ਼ੁਰਗ ਦਾ ਜਾਂ ਕੋਈ ਐਸਾ ਬੰਦਾ ਹੁੰਦਾ ਜਿਹੜਾ ਨਾ ਕਿ ਚੱਲ ਨਹੀਂ ਫਿਰਦਾ, ਜਾਂ ਕੁਝ ਬਹੁਤ ਸਾਰੇ ਐਸੇ ਸਿਸਟਮ ਹੁੰਦੇ ਨੇ, ਤੇ ਸਾਨੂੰ ਪਰਮੇਸ਼ਰ ਦੀ ਇੱਕ ਯੋਜਨਾ ਬਣਦੀ ਕਿਸੇ ਦੀ ਹੈਲਪ ਕਰੀਏ। ਹਾਲੇਲੂਇਆ। ਤੇ ਜਦੋਂ ਤੁਸੀਂ ਉਹਦੀ ਮਦਦ ਕਰਦੇ ਹੋ ਨਾ, ਤੇ ਪਰਮੇਸ਼ਰ ਦੀ ਉਹ ਸੇਵਾ ਹੁੰਦੀ ਹੈ। ਸੱਚਮੁੱਚ ਪਰਮੇਸ਼ਰ ਉਸ ਚੀਜ਼ ਤੋਂ ਬੜਾ ਖੁਸ਼ ਹੁੰਦਾ ਹੈ ਕਿ ਵਾਕਈ ਇਹਨਾਂ ਨੇ ਮੇਰੇ ਕੰਮ ਨੂੰ ਕੀਤਾ ਹੈ। ਹਾਲੇਲੂਇਆ। ਪ੍ਰਭੂ ਨੇ ਕਿਹਾ ਕੰਗਾਲਾਂ ਦੀ ਮਦਦ ਕਰੋ। ਅਸੀਂ ਕੰਗਾਲ ਨੂੰ ਦੇਖਣਾ ਨਹੀਂ ਪਸੰਦ ਕਰਦੇ, ਸਾਡਾ ਪਿਆਰ ਹੈ। ਹਾਲੇਲੂਇਆ। ਹਾਂਜੀ ਪੜ੍ਹੀਏ। आशा में आनंदित रहो, क्लेश में स्थिर रहो, प्रार्थना में नित्य लगे रहो। ਕੀ ਲਿਖਿਆ? ਆਸ਼ਾ ਦੇ ਵਿੱਚ ਆਨੰਦਿਤ ਰਹੋ ਤੇ ਕਲੇਸ਼ ਦੇ ਵਿੱਚ ਮਜ਼ਬੂਤ ਰਹੋ ਤੇ ਪ੍ਰਾਰਥਨਾ ਵਿੱਚ ਲੱਗੇ ਰਹੋ। ਨਿਤ ਲੱਗੇ ਰਹੋ ਪ੍ਰਾਰਥਨਾ ਵਿੱਚ। ਹੁਣ ਕਈ ਵਾਰ ਹੁੰਦਾ ਨਾ ਕਿ ਆਸ਼ਾ ਸਾਨੂੰ ਜਿਹੜੀ ਆ, ਸਾਨੂੰ ਇੱਕ ਆਸ਼ਾ ਹੈ, ਸਾਡਾ ਪ੍ਰਭੂ ਯਿਸੂ ਮਸੀਹ ਜਦ ਦੁਬਾਰਾ ਆਏਗਾ ਤੇ ਸਾਨੂੰ ਉਠਾ ਕੇ ਲੈ ਕੇ ਜਾਏਗਾ। ਹਾਲੇਲੂਇਆ। ਇਹ ਬਹੁਤ ਬੜਾ ਇੱਕ ਰੈਪਚਰ ਹੋਣ ਵਾਲਾ ਹੈ। ਉਹਦੇ ਵਿੱਚੋਂ ਕੀ ਹੋਗਾ ਕਿ ਪ੍ਰਭੂ ਯਿਸੂ ਮਸੀਹ ਆਪਣੇ ਪਿਆਰਿਆਂ ਨੂੰ ਉਠਾ ਕੇ ਲੈ ਕੇ ਜਾਏਗਾ। ਇਹ ਗੱਲ ਸੱਚ ਹੈ। ਲਿਖਿਆ ਕਿ ਕਬਰਾਂ ਖੁੱਲ ਜਾਣਗੀਆਂ। ਹੁਣ ਕਬਰਾਂ ਕਿਹੜੀਆਂ ਖੁੱਲਣਗੀਆਂ? ਹਾਲੇਲੂਇਆ, ਹਾਲੇਲੂਇਆ। ਔਰ ਕਿਹਨਾਂ ਦੀਆਂ ਖੁੱਲਣਗੀਆਂ? ਇਹ ਵੀ ਇੱਕ ਕਿ ਅਸੀਂ ਹੈ ਉਸ ਲਾਇਕ ਕਿ ਸਾਡੀ ਕਬਰ ਖੁੱਲੇ। ਹਾਲੇਲੂਇਆ। ਬਸ ਆਪਣੇ ਚੈੱਕ ਕਰਨਾ ਨਾ। ਬਾਈਬਲ ਨੂੰ ਇੱਕ ਪਾਸੇ ਲਾਓ, ਜਿੱਦਾਂ ਸ਼ੀਸ਼ਾ ਦੇਖਦੇ ਹਾਂ, ਸ਼ੀਸ਼ਾ ਸਾਨੂੰ ਕੀ ਦੱਸਦਾ ਹੈ? ਸ਼ੀਸ਼ਾ ਸਾਨੂੰ ਕੀ ਦਿਖਾਉਂਦਾ ਹੈ? ਅਸੀਂ ਬਾਰ-ਬਾਰ ਦੇਖਦੇ ਹਾਂ ਕਿ ਜਿਹੜੇ ਅਸੀਂ ਘੰਟੇ ਪਹਿਲਾਂ ਦੇਖੀ ਸੀ ਤੇ ਘੰਟਾ ਬਾਅਦ ਸਾਡੀ ਚੇਂਜ ਤਾਂ ਨਹੀਂ ਹੋਈ। ਫਿਰ ਘੰਟੇ ਬਾਅਦ ਫਿਰ ਸ਼ੀਸ਼ਾ ਮਿਲ ਗਿਆ, ਫਿਰ ਥੋੜਾ ਜਿਹਾ ਉਹਦੇ ਵਿੱਚ ਝਾਕ ਲਿਆ, ਹੈ ਨਾ। ਜੇ ਅਗਰ ਥੋੜੀ ਦੇਰ ਬਾਅਦ ਫਿਰ ਦੇਖ ਲਿਆ, ਬਾਰ-ਬਾਰ ਸ਼ੀਸ਼ੇ ਨੂੰ ਦੇਖਣ ਦੇ ਵਿੱਚ ਅਸੀਂ ਬਦਲ ਨਹੀਂ ਵਾਲੇ। ਹਾਲੇਲੂਇਆ। ਅਗਰ ਉਹਨਾਂ ਹੀ ਬਾਰ-ਬਾਰ ਅਸੀਂ ਬਾਈਬਲ ਨੂੰ ਆਪਣੇ ਜੀਵਨ ਦੇ ਵਿੱਚ ਦੇਖੀ ਨਾ, ਨਹੀਂ ਪਰਮੇਸ਼ਰ ਦਾ ਵਚਨ ਮੈਨੂੰ ਇਸ ਜਗ੍ਹਾ ਤੋਂ ਰੋਕਦਾ ਹੈ, ਪਰਮੇਸ਼ਰ ਦਾ ਵਚਨ ਮੈਨੂੰ ਉਸ ਜਗ੍ਹਾ ਤੋਂ ਰੋਕਦਾ ਹੈ, ਪਰਮੇਸ਼ਰ ਦਾ ਵਚਨ ਮੈਨੂੰ ਆਹ ਬੋਲਣ ਤੋਂ ਰੋਕਦਾ ਹੈ, ਪਰਮੇਸ਼ਰ ਦਾ ਵਚਨ ਮੈਨੂੰ ਆਹ ਕਰਨ ਤੋਂ ਰੋਕਦਾ ਹੈ। ਹਾਲੇਲੂਇਆ। ਤੇ ਅਸੀਂ ਜ਼ਰੂਰ ਬਦਲ ਜਾਵਾਂਗੇ। ਤੇ ਅਗਰ ਅਸੀਂ ਬਾਰ-ਬਾਰ ਸ਼ੀਸ਼ਾ ਦੇਖੀਏ ਤੇ ਅਸੀਂ ਕਦੇ ਨਹੀਂ ਬਦਲਣ ਵਾਲੇ। ਹਾਲੇਲੂਇਆ, ਹਾਲੇਲੂਇਆ। ਔਰ ਜਿਨ੍ਹਾਂ ਕੋਲ ਮੋਬਾਈਲ ਹੁੰਦਾ ਨਾ, ਸ਼ੀਸ਼ਾ ਨਹੀਂ ਹੁੰਦਾ, ਤੇ ਉਹ ਬਾਰ-ਬਾਰ ਕੈਮਰਾ ਖੋਲ੍ਹ ਕੇ ਚੈੱਕ ਕਰ ਲੈਂਦੇ ਨੇ ਸਾਡੇ ਕੋਲ ਮੂੰਹ ਤੇ ਕੁਝ ਲੱਗਦਾ ਨਹੀਂ ਗਿਆ। 5 ਮਿੰਟ ਪਹਿਲਾਂ ਕੁਝ ਨਹੀਂ ਲੱਗਿਆ ਤੇ 5 ਮਿੰਟ ਬਾਅਦ ਕੀ ਲੱਗ ਜਾਏਗਾ? ਹਾਲੇਲੂਇਆ। ਕਿਉਂਕਿ ਬਾਈਬਲ ਸਮਝਦਾ ਜੀ ਕਿ ਤੁਹਾਡਾ ਚਰਿੱਤਰ ਕਿਹੋ ਜਿਹਾ ਹੋਣਾ ਚਾਹੀਦਾ, ਕਿਵੇਂ ਜੀਣਾ ਹੈ। ਪ੍ਰਭੂ ਦਾ ਵਚਨ ਦੱਸੇ ਪਿਆਰ ਦੇ ਵਿੱਚ ਅਸੀਂ ਜੀਣਾ ਹੈ। ਹਾਲੇਲੂਇਆ। ਔਰ ਲਿਖਿਆ ਹੈ ਕਲੇਸ਼ ਦੇ ਵਿੱਚ ਸਥਿਰ ਰਹੋ। ਜਦੋਂ ਦੁੱਖ ਆਵੇ, ਮੁਸੀਬਤ ਆਵੇ, ਉਹਦੇ ਵਿੱਚ ਤੁਸੀਂ ਇੱਕ ਮਜ਼ਬੂਤ ਬਣ ਕੇ ਰਹਿਣਾ ਹੈ। ਔਰ ਜਦੋਂ ਕਿ ਦੁੱਖ ਆਉਂਦਾ ਹੈ, ਉਦੋਂ ਸਾਡੇ ਬੰਦੇ ਸਾਨੂੰ ਤਾਂ ਟੈਨਸ਼ਨ ਹੋ ਗਈ ਜੀ, ਹੁਣ ਤਾਂ ਅਸੀਂ ਪ੍ਰਾਰਥਨਾ ਬਿਲਕੁਲ ਵੀ ਨਹੀਂ ਕਰ ਸਕਦੇ। ਹਾਲੇਲੂਇਆ। ਮੈਂ ਕੱਲ ਇੱਕ ਪਰਿਵਾਰ ਦੇ ਘਰ ਸੀ ਤੇ ਉਹਨਾਂ ਦੀ ਬੇਟੀ ਕਹਿੰਦੀ ਮੈਨੂੰ ਦਾਨ ਨਹੀਂ ਕਰਾ ਸਕਦਾ। ਮੈਂ ਕਿਹਾ ਸੋਹਣੀ ਗੱਲ ਹੈ। ਕੱਲ ਤੁਸੀਂ ਸਸੁਰਾਲ ਜਾਓਗੇ, ਉੱਥੋਂ ਕਹਿੰਦਾ ਜੀ ਮੈਨੂੰ ਤਾਂ ਰੋਟੀ ਪਕਾਉਣੀ ਵੀ ਨਹੀਂ ਆਉਂਦੀ। ਤੇ ਉਹ ਕਹਿੰਦਾ ਨਹੀਂ ਫਿਰ ਤੈਨੂੰ ਖਾਣੀ ਕਿਵੇਂ ਆਉਂਦੀ? ਸਾਨੂੰ ਤਾਂ ਕੁਛ ਆਉਂਦੇ ਨਹੀਂ। ਦੇਖੋ ਸਿੱਖ ਕੇ ਕੋਈ ਨਹੀਂ ਆਉਂਦਾ, ਸਭ ਚੀਜ਼ਾਂ ਸਾਨੂੰ ਇਹ ਦੁਨੀਆ ਸਿਖਾਉਂਦੀ ਹੈ ਔਰ ਪਰਮੇਸ਼ਰ ਦਾ ਵਚਨ ਸਿਖਾਉਂਦਾ। ਔਰ ਸਾਨੂੰ ਇਹ ਜੋ ਸਾਡੀਆਂ ਪਰੇਸ਼ਾਨੀਆਂ, ਜੋ ਸਾਡੇ ਤੇ ਮੁਸੀਬਤ ਆਉਂਦੀ ਹੈ, ਸਭ ਚੀਜ਼ਾਂ ਸਾਨੂੰ ਸਿਖਾ ਦਿੰਦੀਆਂ ਨੇ। ਇਹ ਟਾਈਮ, ਇਹ ਵਕਤ ਸਾਨੂੰ ਸਭ ਚੀਜ਼ਾਂ ਸਿਖਾਉਂਦਾ ਹੈ। ਪਰ ਜ਼ਰੂਰਤ ਹੈ ਸਾਨੂੰ ਉਸ ਟਾਈਮ ਨੂੰ ਕਿਵੇਂ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ। ਉਸ ਟਾਈਮ ਦੀ ਕਦਰ ਨਹੀਂ ਕਰਦੇ ਅਸੀਂ। ਹਾਲੇਲੂਇਆ। ਜੋ ਸਾਡੇ ਜੀਵਨ ਦੇ ਵਿੱਚ ਟਾਈਮ ਆਉਣਾ, ਮੈਂ ਪਹਿਲਾਂ ਦੱਸਿਆ ਨਾ, ਜੋ ਕੱਲ੍ਹ ਆਉਣਾ ਨਾ ਬੜਾ ਭਿਅੰਕਰ ਆਉਣਾ ਸਾਡੇ ਜੀਵਨ ਦੇ ਵਿੱਚ। ਜੋ ਅੱਜ ਹੈ ਨਾ, ਉਹਨੂੰ ਸੰਭਾਲ ਲਓ ਤੇ ਕੱਲ੍ਹ ਬਹੁਤ ਅੱਛਾ ਹੋ ਜਾਏਗਾ। ਹਾਲੇਲੂਇਆ। ਤੇ ਜੇਕਰ ਕੱਲ੍ਹ ਨੂੰ ਦੇਖਾ ਚੱਲ ਕੋਈ ਨਹੀਂ, ਦੇਖੀ ਜਾਊਗੀ, ਜੋ ਹੋਊਗਾ ਨਾ, ਕਹਿੰਦਾ ਦੇਖੀ ਜਾਊਗੀ, ਫਿਰ ਦੇਖਣ ਵਾਸਤੇ ਕੁਛ ਨਹੀਂ ਰਹਿੰਦਾ। ਫਿਰ ਤੇ ਹੋ ਜਾਂਦਾ ਹੈ, ਜੋ ਹੋਊਗਾ ਦੇਖੀ ਜਾਊਗੀ। ਤੇ ਜਦੋਂ ਹੋਣ ਲੱਗ ਜਾਂਦਾ ਫਿਰ ਹੁੰਦਾ ਆਹ ਕੀ ਹੋ ਰਿਹਾ, ਫਿਰ ਬੰਦਾ ਮੂਡ ਚੇਂਜ ਹੋ ਜਾਂਦਾ ਨਾ। ਪਹਿਲਾਂ ਕਹਿੰਦਾ ਜੋ ਹੋਊਗਾ ਦੇਖੀ, ਤੇ ਜਦੋਂ ਹੋਣ ਲੱਗਦਾ ਫਿਰ ਕੀ ਕਹਿੰਦਾ ਆਹ ਕੀ ਹੋਈ ਜਾਂਦਾ। ਫਿਰ ਐਨ ਸ਼ੌਕ ਹੋ ਜਾਂਦਾ ਯਾਰ ਮੇਰੀ ਜ਼ਿੰਦਗੀ ਕਿਉਂ ਹੋ ਰਿਹਾ। ਉਹੀ ਤਾਂ ਮੰਗੀ ਹੈ ਨਾ, ਜੋ ਹੋਊਗਾ ਦੇਖੀ ਜਾਊਗੀ। ਤੇ ਫਿਰ ਜਦੋਂ ਹੋ ਰਿਹਾ ਤਾਂ ਦੇਖੀ ਚੱਲਦਾ ਨਾ, ਤੇ ਉਦੋਂ ਫਿਰ ਦੇਖਿਆ ਵੀ ਨਹੀਂ ਜਾਂਦਾ। ਉਦੋਂ ਫਿਰ ਅਫਸੋਸ ਹੁੰਦਾ ਯਾਰ ਮੇਰੇ ਜੀਵਨ 'ਚ ਕੀ ਹੋ ਰਿਹਾ, ਮੈਂ ਕਿਉਂ ਐਵੇਂ ਕਰ ਰਿਹਾ, ਮੇਰੇ ਨਾਲ ਕਿਉਂ ਲੋਕ ਐਵੇਂ ਕਰ ਰਹੇ ਨੇ, ਕਿਉਂ ਇੱਦਾਂ ਦੇ ਹਾਲਾਤ ਹੋ ਰਹੇ ਨੇ ਮੇਰੇ। ਪਰ ਅਸੀਂ ਪਹਿਲਾਂ ਉਹ ਟਾਈਮ ਨੂੰ ਗਵਾ ਦਿੰਦੇ ਹਾਂ ਜਿਹੜਾ ਟਾਈਮ ਸਾਨੂੰ ਉਸ ਟਾਈਮ ਵਿੱਚ ਚੰਗਾ ਕਰਨਾ ਹੁੰਦਾ। ਹਾਲੇਲੂਇਆ।
ਉਹ ਟਾਈਮ 'ਚ ਸਾਡੇ ਲਈ ਚੰਗੀ ਚੀਜ਼ ਲੈ ਕੇ ਆਉਣਾ ਚਾਹੁੰਦਾ, ਅਸੀਂ ਉਸ ਦੀ ਇੱਜ਼ਤ ਨਹੀਂ ਕਰਦੇ, ਅਸੀਂ ਉਸ ਨੂੰ ਐਵੇਂ ਹੀ ਗਵਾ ਦਿੰਦੇ ਹਾਂ ਫ੍ਰੀ ਦੇ ਵਿੱਚ ਹੀ। ਕਾਫੀ ਟਾਈਮ ਹੁੰਦਾ ਸਾਡਾ ਜਦੋਂ ਕਿ ਅਸੀਂ ਪਰਮੇਸ਼ਰ ਸਾਡੇ ਨਾਲ ਗੱਲ, ਉਦੋਂ ਅਸੀਂ ਆਲਸ ਦੇ ਵਿੱਚ, ਨੀਂਦ ਦੇ ਵਿੱਚ, ਜਾਂ ਅਸੀਂ ਹੋਰ ਵਿਆਹ ਸ਼ਾਦੀਆਂ ਦੇ ਵਿੱਚ, ਜਾਂ ਅਸੀਂ ਆਪਣੇ ਮਨੋਰੰਜਨ ਦੇ ਵਿੱਚ ਹੀ ਉਸ ਟਾਈਮ ਨੂੰ ਖਤਮ ਕਰ ਦਿੰਦੇ ਹਾਂ। ਹਾਲੇਲੂਇਆ। ਜ਼ਰੂਰੀ ਹੈ ਸਾਨੂੰ ਉਹ ਟਾਈਮ ਨੂੰ ਸੰਭਾਲਣਾ, ਤੇ ਸਾਡਾ ਅਗਲਾ ਜੋ ਟਾਈਮ ਹੈ ਨਾ, ਅਗਲਾ ਕਦਮ ਹੈ, ਉਹ ਬਹੁਤ ਚੰਗਾ ਹੋਵੇਗਾ। ਕਦੇ ਅਸੀਂ ਦੇਖਦੇ ਹਾਂ ਨਾ, ਸ਼ਾਇਦ ਤੁਸੀਂ ਟੀਵੀ 'ਚ ਦੇਖਿਆ ਹੋਣਾ, ਜਦੋਂ ਪਹਾੜ ਤੇ ਚੜ੍ਹਦੇ ਨੇ ਲੋਕ, ਤੇ ਉਹ ਕਿਵੇਂ ਚੜ੍ਹਦੇ ਨੇ, ਉਹ ਆਪਣਾ ਪਹਿਲਾਂ ਇੱਕ ਕਦਮ ਟਿਕਾ ਲੈਂਦੇ ਨੇ, ਫਿਰ ਦੂਸਰਾ ਚੱਕਦੇ ਨੇ। ਤੇ ਅਸੀਂ ਕੀ ਕਰਦੇ ਹਾਂ, ਅਗਲਾ ਟਿਕਿਆ ਹੋਵੇ ਨਾ ਹੋਵੇ, ਪਰ ਪਿਛਲਾ ਚੱਕ ਲੈਂਦੇ ਹਾਂ, ਤੇ ਫਿਰ ਆਨੇ ਹੁਣ ਦੇਖੀ ਜਾਊਗੀ, ਹੁਣ ਕੀ ਹੋਊਗਾ ਭਾਈ, ਹੁਣ ਤੇ ਡਿੱਗਾਂਗੇ। ਤੇ ਜਦੋਂ ਡਿੱਗ ਪੈਂਦੇ ਆ ਫਿਰ ਬੁਰਾ ਹਾਲ ਹੁੰਦਾ, ਫਿਰ ਰੋਂਦੇ ਆ, ਹਾਏ ਪ੍ਰਭੂ ਜੀ, ਤੇ ਹਾਏ ਪਾਸਟਰ ਜੀ, ਸਾਡੇ ਨਾਲ ਆਹ ਕਿਉਂ ਹੋਇਆ ਜੀ। ਹੁਣ ਇੱਕ ਸਾਡੇ ਭੈਣ ਸੀ, ਮੈਨੂੰ ਹਮੇਸ਼ਾ ਉਹਨਾਂ ਦੇ ਨਾਲ ਕਾਫੀ ਹਾਲਾਤ ਖਰਾਬ ਹੋ ਗਏ, ਤੇ ਮੈਨੂੰ ਕਹਿੰਦੇ ਭਾਈ ਸਾਡੇ ਨਾਲ ਆਏ ਕਿਉਂ ਹੁੰਦਾ। ਮੈਂ ਕਿਹਾ ਮੈਨੂੰ ਕੀ ਪਤਾ ਕਿਉਂ ਹੁੰਦਾ। ਫਿਰ ਉਸ ਨੂੰ ਮੈਂ ਇੱਕ ਗੱਲ ਸਮਝਾਈ, ਮੈਂ ਕਿਹਾ ਸਾਡਾ ਮੋਬਾਈਲ ਹੁੰਦਾ, ਕਹਿੰਦੀ ਹਾਂਜੀ। ਮੈਂ ਕਿਹਾ ਉਹਦੇ ਪਾਸਪੋਰਟ ਕਿਉਂ ਲਾ ਕੇ ਰੱਖਦੇ, ਚੁੱਪ ਹੋ ਗਈ। ਮਤਲਬ ਦੱਸੋ ਨਾ, ਕਿਹਾ ਜੀ ਸਾਡੀਆਂ ਕੋਈ ਪਰਸਨਲ ਚੀਜ਼ਾਂ ਹੁੰਦੀਆਂ ਉਹਦੇ ਵਿੱਚ, ਤੇ ਮੈਂ ਕਿਹਾ ਸਾਨੂੰ ਪਤਾ ਹੁੰਦਾ ਨਾ ਇਹਦੇ ਵਿੱਚ ਕੁਛ ਹੈ, ਕਹਿੰਦੀ ਹਾਂ। ਫਿਰ ਮੈਂ ਕਿਹਾ ਉਵੇਂ ਸਾਨੂੰ ਪਤਾ ਹੈ ਨਾ ਵੀ ਸਾਡੀ ਜ਼ਿੰਦਗੀ ਵਿੱਚ ਵੀ ਕੁਛ ਹੈਗਾ, ਤੇ ਜਿਹੜਾ ਪਰਮੇਸ਼ਰ ਨੂੰ ਪਸੰਦ ਨਹੀਂ ਹੈ, ਤਾਂ ਉਹ ਦਿੱਕਤਾਂ ਸਾਡੀ ਜੀਵਨ ਦੇ ਵਿੱਚ ਆਉਂਦੀਆਂ ਨੇ। ਹਾਲੇਲੂਇਆ। ਜ਼ਰੂਰੀ ਅਸੀਂ ਦੋ ਜਣਿਆਂ ਨੂੰ ਖੁਸ਼ ਨਹੀਂ ਕਰ ਸਕਦੇ। ਪਹਿਲੀ ਗੱਲ, ਅਸੀਂ ਕਦੇ ਵੀ ਉਸ ਬੰਦੇ ਨੂੰ ਖੁਸ਼ ਨਹੀਂ ਕਰ ਸਕਦੇ ਜਿਹੜਾ ਸਾਨੂੰ ਇੱਕ ਵਾਰ ਗਲਤ ਸਮਝ ਚੁੱਕਿਆ, ਉਹ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਸਹੀ ਨਹੀਂ ਬਣੇਗਾ। ਹਾਲੇਲੂਇਆ। ਔਰ ਪਰਮੇਸ਼ਰ ਐਸਾ ਹੈ ਜਿਹੜਾ ਤੁਹਾਡੀਆਂ ਗਲਤੀਆਂ ਮਾਫ ਕਰਕੇ ਵੀ ਤੁਹਾਨੂੰ ਖੁਸ਼ ਰੱਖਦਾ। ਹਾਲੇਲੂਇਆ। ਉਸ ਨੂੰ ਨਹੀਂ ਜ਼ਰੂਰਤ ਕਿ ਅਸੀਂ ਕਿੰਨੀਆਂ ਗੰਦੀਆਂ ਗੱਲਾਂ, ਜਾਂ ਅਸੀਂ ਕਿੰਨੇ ਗੰਦੇ ਕੰਮ ਕਰਕੇ, ਜਾਂ ਅਸੀਂ ਕਿੰਨੇ ਵੀ ਗਹਿਰੇ ਪਾਪ ਕਰਕੇ ਨਿਕਲ ਕੇ ਆਏ ਹਾਂ, ਪ੍ਰਭੂ ਉਹ ਸਾਰਿਆਂ ਨੂੰ ਮਾਫ ਕਰ ਦਿੰਦਾ। ਪ੍ਰਭੂ ਕਹਿੰਦਾ ਉਹ ਯਾਦ ਨਾ ਕਰ। ਬਾਈਬਲ 'ਚ ਲਿਖਿਆ, ਉਹ ਚੇਤੇ ਨਾ ਕਰ ਗੱਲਾਂ ਜਿਹੜੀਆਂ ਤੈਨੂੰ ਪਰੇਸ਼ਾਨ ਕਰਨ, ਤੂੰ ਬਸ ਮੇਰੇ ਵੱਲ ਆ ਜਾ। ਹਾਲੇਲੂਇਆ। ਪਰ ਪ੍ਰਭੂ ਸੱਚ ਯਕੀਨ ਮੰਨੋ, ਉਹ ਸਾਰੀਆਂ ਗਲਤੀਆਂ ਨੂੰ ਮਾਫ ਕਰਕੇ ਵੀ ਸਾਨੂੰ ਖੁਸ਼ ਰੱਖਣਾ ਚਾਹੁੰਦਾ ਹੈ, ਤੇ ਅਸੀਂ ਉਸ ਪਰਮੇਸ਼ਰ ਨੂੰ ਠੁਕਰਾ ਕੇ ਅਸੀਂ ਇਨਸਾਨਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਰਹਿੰਦੇ। ਹਾਲੇਲੂਇਆ। ਅਸੀਂ ਕਦੇ ਇਨਸਾਨ ਖੁਸ਼ ਨਹੀਂ ਕਰ ਸਕਦੇ, ਔਰ ਖਾਸ ਕਰਕੇ ਇਸ ਧਰਤੀ ਨੂੰ ਤਾਂ ਅਸੀਂ ਕਦੇ ਵੀ ਖੁਸ਼ ਨਹੀਂ ਕਰ ਸਕਦੇ। ਮੈਂ ਕਹਿੰਦਾ ਧਰਤੀ ਦੇ ਇਨਸਾਨਾਂ ਦੀ ਗੱਲ ਕਰੋ, ਆਪਣੇ ਪਰਿਵਾਰ ਦੇ ਹੀ ਇਨਸਾਨਾਂ ਦੇ ਲਾ ਲਓ, ਤੁਸੀਂ ਉਹਨਾਂ ਨੂੰ ਵੀ ਖੁਸ਼ ਨਹੀਂ ਕਰ ਸਕਦੇ। ਹਾਲੇਲੂਇਆ। ਇੱਕ ਜਾਂ ਦੋ ਤਾਂ ਤੁਹਾਡੇ ਨਾਲ ਨਾਰਾਜ਼ ਰਹਿਣਗੇ, ਨਹੀਂ ਖੁਸ਼ ਕਰ ਸਕਦੇ ਤੁਸੀਂ ਉਹਨਾਂ ਦੀ ਖੁਸ਼ੀ ਦੇ ਲਈ। ਤੁਸੀਂ ਆਪਣੇ ਆਪ ਨੂੰ ਚਾਹੇ ਖਤਮ ਕਰ ਲਓ, ਲੇਕਿਨ ਉਹ ਕਦੇ ਖੁਸ਼ ਨਹੀਂ ਹੋਣਗੇ। ਲੇਕਿਨ ਤੁਹਾਡਾ ਪਰਮੇਸ਼ਰ ਤੁਹਾਡੇ ਇੱਕ ਦਿੱਤੇ ਹੋਏ ਬਲੀਦਾਨ ਦੇ ਨਾਲ ਹੀ ਖੁਸ਼ ਹੋ ਜਾਂਦਾ। ਕਹਿੰਦਾ ਹਾਂ ਮੇਰਾ ਬੇਟਾ ਮੇਰਾ ਕੰਮ ਕਰੇ, ਮੇਰੀ ਪ੍ਰਾਰਥਨਾ ਕਰ ਰਿਹਾ, ਮੇਰੇ ਵਚਨ ਨੂੰ ਸੁਣਾ ਰਿਹਾ, ਮੈਂ ਲੋਕਾਂ ਤੱਕ ਪਹੁੰਚਾ ਰਿਹਾ, ਮੈਂ ਇਹਦੇ ਲਈ ਖੁਸ਼ ਹਾਂ। ਹਾਲੇਲੂਇਆ। ਬਸ ਇਹੀ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਤੁਸੀਂ ਪ੍ਰਾਰਥਨਾ ਵਿੱਚ ਨਿਤ ਲੱਗੇ ਰਹੋ। ਹਾਂਜੀ। उसमें उनकी सहायता करो और उन्हीं में लगे रहो। अपने सामने वालों को आशीष दो, श्राप न दो। ਕੀ ਲਿਖਿਆ? ਪਵਿੱਤਰ ਲੋਕਾਂ ਦੀ ਜੋ ਆਵਸ਼ਕਤਾ, ਜੋ ਜ਼ਰੂਰਤ ਹੈ, ਉਹ ਉਹਨਾਂ ਦੀ ਪਹੁੰਚਾਈ ਕਰਨ ਵਿੱਚ ਲੱਗੇ ਰਹੋ, ਉਹਨਾਂ ਨੂੰ ਦੇਣ ਦੇ ਵਿੱਚ ਲੱਗੇ ਰਹੋ। ਪਵਿੱਤਰ ਲੋਕਾਂ ਨੂੰ ਕੀ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਨਾ, ਉਹ ਸਾਰੀਆਂ ਚੀਜ਼ਾਂ ਸਾਨੂੰ ਸਾਡੇ ਕੋਲ ਹੈ ਮੁਹੱਈਆ ਕਰਵਾ ਸਕਦੇ ਹਾਂ। ਔਰ ਪਵਿੱਤਰ ਬੰਦੇ ਨੂੰ ਜਦ ਸਭ ਤੋਂ ਪਹਿਲਾਂ ਪੁਆਇੰਟ ਹੁੰਦਾ ਪ੍ਰਾਰਥਨਾ। ਹਾਲੇਲੂਇਆ। ਅਗਰ ਪ੍ਰਾਰਥਨਾ ਹੈ ਤੇ ਸਾਡੇ ਅੰਦਰ ਪਵਿੱਤਰਤਾ ਹੀ ਵੀ ਹੈ। ਅਗਰ ਪਵਿੱਤਰਤਾ ਹੀ ਹੈ ਤੇ ਸਾਡੇ ਅੰਦਰ ਸਾਮਰਥ ਵੀ ਹੈ। ਸਾਮਰਥ ਹੈ ਤੇ ਸਾਡੇ ਅੰਦਰ ਪਰਮੇਸ਼ਰ ਦਾ ਪ੍ਰੇਮ ਵੀ ਹੈ। ਹਾਲੇਲੂਇਆ। ਸਭ ਤੋਂ ਪਹਿਲੀ ਗੱਲ ਸਾਡੇ ਅੰਦਰ ਪਰਮੇਸ਼ਰ ਦੀ ਜੋ ਸਾਡੇ ਵਿੱਚ ਪ੍ਰਾਰਥਨਾ ਹੋਣੀ ਚਾਹੀਦੀ ਹੈ, ਉਹ ਪ੍ਰਾਰਥਨਾ ਹੀ ਸਾਨੂੰ ਪਵਿੱਤਰਤਾ ਹੀ ਸਾਮਰਥ ਨਾਲ ਭਰਦੀ ਹੈ। ਔਰ ਪ੍ਰਾਰਥਨਾ ਕਰਨ ਤੋਂ ਪਹਿਲਾਂ ਸਾਨੂੰ ਪ੍ਰੇਮ ਆਪਣੇ ਅੰਦਰ ਰੱਖਣਾ ਜ਼ਰੂਰੀ ਹੈ। ਹਾਲੇਲੂਇਆ। ਕੀ ਲਿਖਿਆ? ਆਪਣੇ ਸਤਾਉਣ ਵਾਲਿਆਂ ਨੂੰ ਆਸ਼ੀਸ਼ ਦਿਓ, ਆਸ਼ੀਸ਼ ਦਿਓ, ਸ਼ਰਾਪ ਨਾ ਦਿਓ। ਕਿਸੇ ਨੂੰ ਗਾਲਾਂ ਨਾ ਕੱਢੋ। ਜੇ ਤੁਹਾਨੂੰ ਕੋਈ ਸਤਾਉਂਦਾ ਹੈ ਉਹਨੂੰ ਕਿਹਾ ਪ੍ਰਭੂ ਤੈਨੂੰ ਬਰਕਤ ਦੇਵੇ। ਹਾਲੇਲੂਇਆ। ਜਦੋਂ ਤੁਸੀਂ ਇਹ ਪੁਆਇੰਟਸ ਬੋਲਣ ਲੱਗੇ ਨਾ, ਪਰਮੇਸ਼ਰ ਤੈਨੂੰ ਆਸ਼ੀਸ਼ ਦੇਵੇ, ਤਾਂ ਕਾਫੀ ਟਾਈਮ ਤੋਂ ਉਹ ਬੰਦਾ ਚੁੱਪ ਹੋ ਜਾਂਦਾ ਹੈ, ਕਦੇ ਤੁਹਾਡੇ ਨਾਲ ਵਿਰੋਧ ਨਹੀਂ ਕਰੇਗਾ। ਹਾਲੇਲੂਇਆ। ਇੱਕ ਪਾਸਟਰ ਦੀ ਗੱਲ ਹੈ, ਮੈਂ ਤੁਹਾਨੂੰ ਦੱਸਾਂਗਾ। ਪਾਸਟਰ ਅਜੀਤ ਰਾਣਾ, ਫਾਜ਼ਿਲਕਾ ਦੇ ਕੋਲੇ ਰਾਣਾ ਪਿੰਡ ਹੈ, ਉੱਥੋਂ ਦਾ ਸੀ। ਉਹਦੇ ਕੋਲੇ ਮੈਂ ਕਿਹਾ ਸੇਠਾਂ ਦਾ ਪਰਿਵਾਰ ਹੈ ਇੱਕ, ਦੋਨੋਂ ਨੌਂ ਔਰ ਸੱਸ ਦੋਨੋਂ ਆ ਕੇ ਕਹਿਣ ਲੱਗੀਆਂ, ਕਹਿੰਦੀ ਬਾਬਾ ਜੀ ਅਸੀਂ ਬਹੁਤ ਦੂਰ ਦੂਰ ਥਾਂ 'ਤੇ ਜਾਏ, ਪਰ ਸਾਡੇ ਨਾ ਕਦੇ ਵੀ ਸਾਡੀ ਜੋ ਨੌਂ ਸੱਸ ਦੀ ਲੜਾਈ ਉਹ ਬੰਦ ਨਹੀਂ ਹੋ ਰਹੀ, ਤੇ ਇਸ ਨੂੰ ਬੰਦ ਕਰਨ ਲਈ ਤੁਸੀਂ ਕੁਝ ਕਰ ਸਕਦੇ ਹੋ। ਉਹ ਬੈਠਾ ਰਿਹਾ ਤੇ ਕਰਦੇ ਕਰਦੇ ਉਸਨੇ ਨਾ ਦਰੀ ਤੇ ਬੜੇ ਦਰੀ ਤੇ ਇੱਕ ਧਾਗਾ ਖਿੱਚਿਆ ਔਰ ਉਹਨੂੰ ਗੰਢਾ ਮਾਰਨ ਲੱਗ ਗਿਆ। ਉਹ ਵੀ ਦੇਖ ਲਿਆ ਵੀ ਹਾਂ ਕੁਝ ਕਰ ਰਿਹਾ। ਉਹ ਕਰਦਾ ਰਿਹਾ ਤੇ ਉਹਦੀ ਨੌਂ ਨੂੰ ਕਹਿੰਦਾ ਲੈ ਭਾਈ
ਜਦੋਂ ਤੇਰੀ ਸੱਸ ਤੈਨੂੰ ਕੁਝ ਆਖੇ ਤੇ ਇਹਨੂੰ ਆਪਣੇ ਦੰਦਾਂ ਥੱਲੇ ਲੈ ਲੈਣਾ ਤੇ ਬਸ ਇਹਦੇ ਉੱਤੇ ਇੰਨੀ ਕਚੀਚੀਆਂ ਲੈਣੀਆਂ, ਇੰਨੀਆਂ ਕਚੀਚੀਆਂ ਲੈਣੀਆਂ, ਇਹਨੂੰ ਇੰਨਾ ਦਬਾਈ ਜਾਣਾ ਕਿ ਜੇ ਇਹਨੂੰ ਢਿੱਲਾ ਰਹਿ ਜਾਣਾ ਤੇ ਝੂਠਾ ਹੋ ਜਾਣਾ, ਫੇਰ ਇਹਨੇ ਕੰਮ ਨਹੀਂ ਕਰਨਾ। ਉਹ ਕਹਿੰਦੀ ਠੀਕ ਆ ਬਾਬਾ ਜੀ। ਕਹਿੰਦੇ ਬਾਬਾ ਜੀ ਚੜਾਵਾ, ਕਹਿੰਦਾ ਜੀ 100 ਰੁਪਏ ਚੜਾ ਜੀ, ਕਿਉਂਕਿ ਫ੍ਰੀ ਦੀ ਤਾਂ ਕਹਿੰਦਾ ਕੀਮਤ ਨਹੀਂ ਹੁੰਦੀ। ਉਹ ਕਹਿੰਦੇ ਠੀਕ ਆ ਜੀ। ਉਹ ਜਦੋਂ ਵੀ ਸੱਸ ਬੋਲਿਆ ਕਰੋ ਫਟਾਕ ਦਿਨ ਚੱਕਿਆ ਕਰੋ, ਦੰਦਾਂ ਥੱਲੇ ਲੈ ਕਰੋ, ਉਸੇ ਤੇ ਕਚੀਚੀ ਲਈ ਜਾਇਆ ਕਰੇ। ਕਾਫੀ ਟਾਈਮ ਚੱਲਦੇ ਚੱਲਦੇ ਸੱਸ ਆ ਕੇ ਕਹਿੰਦੀ ਮੇਰੀ ਨੂੰਹ ਕਿੰਨੀ ਸਿਆਣੀ, ਕਹਿੰਦੀ ਮੈਂ ਕਿੰਨਾ ਬੋਲਦੀ ਹੈ ਨਾ, ਮੈਨੂੰ ਤਾਂ ਕੋਈ ਜਵਾਬ ਨਹੀਂ ਦਿੰਦੀ। ਮਤਲਬ ਕਿ ਉਹਦਾ ਵੀ ਝਗੜਾ ਖਤਮ ਹੋ ਗਿਆ ਤੇ ਆ ਕੇ ਕਹਿੰਦੀ ਬਾਬਾ ਜੀ ਜਿਹੜਾ ਤੁਸੀਂ ਤਵੀਤ ਕੀਤਾ ਸੀ ਨਾ, ਉਹਨੇ ਬੜਾ ਹੀ ਕੰਮ ਕੀਤਾ। ਉਹ ਕਹਿੰਦੇ ਕੀ ਕੰਮ ਕੀਤਾ? ਕਿ ਸਾਡੀ ਲੜਾਈ ਬੰਦ ਹੋ ਗਈ, ਅਸੀਂ ਇੰਨੇ ਬਾਬਿਆਂ ਕੋਲੋਂ ਇੰਨੇ ਸਭ ਕੁਝ ਕਰਾ ਲਿਆ ਪਰ ਸਾਡੀ ਲੜਾਈ ਨਹੀਂ ਕਦੇ ਬੰਦ ਹੋਈ। ਉਹ ਕਹਿੰਦਾ ਲੜਾਈ ਤੁਹਾਡੀ ਤਵੀਤ ਕਰਕੇ ਨਹੀਂ ਹੋਈ, ਲੜਾਈ ਤੁਹਾਡੀ ਦੀ ਜ਼ੁਬਾਨ ਕਰਕੇ ਹੋਈ ਹੈ। ਜੇਕਰ ਇਹ ਵੀ ਅੱਗੋਂ ਬੋਲਦੀ ਤੂੰ ਵੀ ਬੋਲ, ਤੁਹਾਡੀ ਲੜਾਈ ਕਦੇ ਬੰਦ ਨਹੀਂ ਹੁੰਦੀ। ਹਾਲੇਲੂਇਆ। ਬਟ ਇਹਦੇ ਜਦੋਂ ਇਹਨੇ ਆਪਣਾ ਜ਼ੁਬਾਨ ਨੂੰ ਕੰਟਰੋਲ ਕੀਤਾ, ਇਹਨੇ ਆਪਣੇ ਆਪ ਦੇ ਮੂੰਹ ਨੂੰ ਬੰਦ ਕੀਤਾ ਤੇ ਤੇਰਾ ਦਿਲ ਵੀ ਬਦਲ ਗਿਆ। ਹਾਲੇਲੂਇਆ। ਤਾਂ ਗੱਲ ਇਦਾਂ ਦੀ ਕਿ ਲਿਖਿਆ ਹੈ ਆਪਣੇ ਸਤਾਉਣ ਵਾਲਿਆਂ ਨੂੰ ਆਸ਼ੀਸ਼ ਦਿਓ, ਸ਼ਰਾਪ ਨਾ ਦਿਓ, ਉਹ ਵੀ ਬਦਲ ਜਾਣਗੇ। ਹਾਲੇਲੂਇਆ। ਚੇਂਜ ਹੋ ਜਾਣਗੇ ਉਹ ਵੀ ਤੁਹਾਨੂੰ ਦੇਖ ਕੇ। ਯਾਰ ਅਸੀਂ ਇੰਨਾ ਕੁਝ ਕਹਿੰਦੇ ਆ ਤੇ ਇਹ ਸਾਨੂੰ ਕੁਝ ਵੀ ਨਹੀਂ ਕਹਿੰਦੇ। ਹਾਲੇਲੂਇਆ। ਹਾਲੇਲੂਇਆ। ਮੈਨੂੰ ਪ੍ਰਭੂ ਯਿਸੂ ਮਸੀਹ ਨੇ ਨਾ ਜਦ 2020 ਦੇ ਵਿੱਚ ਇੱਕ ਗੱਲ ਸਾਡੀ ਗੱਲਬਾਤ ਹੋਈ ਤੇ ਮੈਂ ਕਾਫੀ ਪਰੇਸ਼ਾਨ ਦੇ ਵਿੱਚ ਸੀ ਉਸ ਟਾਈਮ ਤੇ ਮੈਂ ਗੱਲ ਕਰਨਾ ਕਿ ਤੇ ਨਾ ਐਵੇਂ ਮੈਨੂੰ ਪ੍ਰਭੂ ਕਹਿੰਦਾ ਬਪਤਿਸਮੇ ਦਾ ਮਤਲਬ ਕੀ ਹੈ। ਮੈਂ ਰਾਤ ਹੀ ਸਵਾਲ ਪਾਇਆ ਸੀ ਬਪਤਿਸਮੇ ਦਾ, ਸਾਰੇ ਬਪਤਿਸਮੇ ਲਏ ਨਾ 2-3 ਦਿਨ ਨਹੀਂ ਹੈ। ਬਪਤਿਸਮੇ ਦਾ ਮਤਲਬ ਕੀ ਹੈ? ਯੈਸ, ਇਹ ਵੀ ਇੱਕ ਹਿੱਸਾ ਹੈ ਉਹਦੇ ਨਾਲ। ਜੀ ਹੋਰ ਵੀ ਦੱਸੀ ਤਾਂ ਇੱਕ ਇੱਕ ਕਰਕੇ ਦੱਸਦੀ। ਬਹੁਤ ਅੱਛਾ ਸਵਾਲ ਦਾ ਜਵਾਬ ਦਵਾਂਗਾ, ਹੋ ਸਕਦਾ ਤੁਹਾਡੇ ਕੋਲ ਹੀ ਮਿਲ ਜਾਏ। ਪ੍ਰਭੂ ਦੇ ਨਾਲ ਮੇਲ ਕਰਨਾ ਇਹ ਵੀ ਹਿੱਸਾ ਹੈ। ਬੋਲੀ ਬੋਲੀ ਸ਼ਾਬਾਸ਼। ਬਪਤਿਸਮੇ ਦੇ ਬਹੁਤ ਸਾਰੇ ਹਿੱਸੇ ਨੇ, ਬਪਤਿਸਮੇ ਦੇ ਨਾਲ ਬਹੁਤ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਨੇ। ਪੜ੍ਹ ਦੀजिए, ਬੋਲੀ ਬਹੁਤ ਜਲਦੀ ਬੋਲੀ, ਬਹੁਤ ਅੱਛੀ ਗੱਲ ਨਿਕਲ ਰਹੀਆਂ ਨੇ। ਸੰਗਦੇ ਕਿਉਂ? ਅਰੇ ਨਹੀਂ ਆਏਗਾ ਤੇ ਕੋਈ ਗੱਲ ਨਹੀਂ, ਗਲਤ ਤਾਂ ਨਿਕਲਣ ਵਾਲਾ ਨਹੀਂ, ਇਹਨਾਂ ਤੇ ਮੈਨੂੰ ਯਕੀਨ ਹੈ ਤੁਹਾਡੇ ਨਾਲ। ਹਾਲੇਲੂਇਆ। ਹਾਲੇਲੂਇਆ। ਇਹਨਾਂ ਨੂੰ ਤੁਹਾਨੂੰ ਬਪਤਿਸਮੇ ਬਾਰੇ ਪਤਾ ਨਹੀਂ, ਫਿਰ ਬਪਤਿਸਮਾ ਲਿਆ ਮਰ ਜਾਣਾ, ਬਪਤਿਸਮਾ ਲੈ ਕੇ ਮਰ ਜਾਣਾ ਹੁੰਦਾ ਇਹ ਤਾਂ ਓਕੇ ਠੀਕ ਹੈ। ਕੋਈ ਜਰਾ ਹੋਰ ਦੱਸੇ ਜੇਕਰ ਬਪਤਿਸਮੇ ਦਾ ਤੁਹਾਨੂੰ ਮਤਲਬ ਨਹੀਂ ਪਤਾ ਫਿਰ ਬਪਤਿਸਮਾ ਲਿਆ ਹੀ ਕਿਉਂ? ਜਦ ਬਪਤਿਸਮਾ ਲਿਆ ਤੇ ਬਪਤਿਸਮਾ ਮਤਲਬ ਤਾਂ ਦੱਸਿਆ ਹੀ ਹੋਣਾ ਨਾ ਕਿ ਤੁਸੀਂ ਬਪਤਿਸਮਾ ਲੈ ਰਹੇ ਹੋ ਤੇ ਉਹਦੇ ਕੋਈ ਮਤਲਬ ਹੈ, ਇਹ ਜ਼ਿੰਮੇਵਾਰੀ ਹੈ ਬਪਤਿਸਮੇ ਦੀ। ਚੁੱਪ ਤੁਹਾਨੂੰ ਰਾਤ ਦੱਸਿਆ ਤਾਂ ਤੁਹਾਨੂੰ ਪਤਾ। ਬਪਤਿਸਮਾ ਲੈਣ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਖਤਮ ਕਰਨਾ, ਸੰਸਾਰ ਦੇ ਲਈ ਔਰ ਪਾਪ ਦੇ ਲਈ ਮਰ ਜਾਣਾ। ਹਾਲੇਲੂਇਆ। ਔਰ ਮਰਿਆ ਬੰਦਾ ਦੁਬਾਰਾ ਮਰਦਾ ਹੈ? ਦੇਖ ਲਓ ਖਰੇ ਮਰ ਜਾਂਦਾ ਹੋਵੇ ਦੁਬਾਰਾ ਨਾ। ਲਿਖਿਆ ਹੈ, ਪੌਲੁਸ ਲਿਖਦਾ ਹੈ, ਕਹਿੰਦਾ ਮੇਰਾ ਜਿਉਣਾ ਮਸੀਹ ਤੇ ਮਰਨਾ ਮੇਰੇ ਲਈ ਲਾਭ ਹੈ। ਕਹਿੰਦਾ ਜਿੰਨਾ ਚਿਰ ਮੈਂ ਜੀਵਾਂ ਉਹਨਾਂ ਚਿਰ ਮੈਂ ਮਸੀਹ ਦੇ ਵਿੱਚ ਜੀਵਾਂ, ਆਖਿਰ ਨਹੀਂ ਤੇ ਮੈਂ ਮਰ ਜਾਵਾਂ, ਉਹ ਮੇਰੇ ਲਈ ਚੰਗਾ ਹੈ। ਹਾਲੇਲੂਇਆ। ਔਰ ਲਿਖਿਆ ਜਦੋਂ ਤੁਸੀਂ ਬਪਤਿਸਮਾ ਲੈਂਦੇ ਹੋ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਮਾਰੇ ਜਾਂਦੇ ਤੇ ਗਾੜੇ ਜਾਂਦੇ, ਉਠਾਏ ਜਾਂਦੇ ਹੋ। ਹਾਲੇਲੂਇਆ। ਤੇ ਪਾਪ ਦੇ ਵੱਲੋਂ ਤੇ ਸੰਸਾਰ ਦੇ ਵਿੱਚ ਖਤਮ ਹੋ ਜਾਂਦੇ ਹੋ, ਮਰ ਜਾਂਦੇ ਹੋ। ਤੇ ਪ੍ਰਭੂ ਨੇ ਜਦੋਂ ਮੈਨੂੰ ਇਹ ਗੱਲ ਦੱਸੀ, ਕਹਿੰਦਾ ਹੁਣ ਦੱਸ ਫਿਰ ਮੌਤ ਦਾ ਡਰ ਕਾਹਦਾ? ਹਾਲੇਲੂਇਆ। ਹਾਲੇਲੂਇਆ। ਬਸ ਉਸ ਤੋਂ ਬਾਅਦ ਵਿੱਚ ਮੈਂ ਦਿਲ ਚੋਂ ਹੀ ਕੱਢ ਦਿੱਤਾ ਕਿ ਅਸੀਂ ਮਰਨ ਦਾ ਕੋਈ ਡਰ ਹੁੰਦਾ। ਹਾਲੇਲੂਇਆ। ਔਰ ਇੱਦਾਂ ਦੀ ਗੱਲ ਬਣੀ ਕਿ ਮੇਰੇ ਸਰੀਰ ਦੇ ਨਾਲ, ਮੇਰੀ ਜ਼ਿੰਦਗੀ ਨਾਲ ਪਿਆਰ ਹੀ ਖਤਮ ਹੋ ਗਿਆ। ਮੈਂ ਕਹਿੰਦਾ ਨਹੀਂ, ਅਸੀਂ ਜੋ ਜੀਣਾ ਹੈ ਜਿਨ੍ਹਾਂ ਦੇ ਖੁਦਾ ਲਈ ਜੀਣਾ ਤੇ ਦਬਾ ਕੇ ਜੀਣਾ। ਹਾਲੇਲੂਇਆ। ਪਰ ਇਹ ਖਤਮ ਹੋ ਗਿਆ ਕਿ ਯਾਰ ਮਰਨ ਦਾ ਡਰ ਹੁੰਦਾ ਜਾਂ ਮੈਂ ਅਸੀਂ ਮਰ ਜਾਵਾਂਗੇ ਯਾਰ, ਉਹ ਡਰ ਖਤਮ ਹੋ ਗਿਆ। ਹਾਲੇਲੂਇਆ। ਪ੍ਰਭੂ ਕਹਿੰਦਾ ਤੂੰ ਤਾਂ ਪਹਿਲਾਂ ਹੀ ਮਰ ਚੁੱਕਿਆ ਸੀ, ਅਜੇ 13 ਸਾਲ ਪਹਿਲਾਂ ਹੀ ਖਤਮ ਹੋ ਚੁੱਕਿਆ। ਕਹਿੰਦਾ ਹੁਣ ਤਾਂ ਕਹਿੰਦਾ ਤੂੰ ਬਸ ਤੁਰਦੀ ਫਿਰਦੀ ਦੁਨੀਆ ਦੀ ਲਾਸ਼ ਹੈ ਤੇ ਜਿਉਂਦਾ ਤਾਂ ਤੂੰ ਮਸੀਹ ਦੇ ਲਈ ਹੈ। ਹਾਲੇਲੂਇਆ। ਬਸ ਪਹਿਚਾਨ ਨਹੀਂ ਹੈ, ਸਹੀ ਪਹਿਚਾਨ ਸਾਡੀ ਕਿ ਜਦੋਂ ਪ੍ਰਭੂ ਨੇ ਲਿਖਿਆ ਕਹਿੰਦਾ ਤੁਸੀਂ ਆਸ਼ੀਸ਼ਾਂ ਦਿਓ, ਸ਼ਰਾਪ ਨਾ ਦਿਓ। ਤੁਹਾਨੂੰ ਸ਼ਰਾਪ ਕੀ ਕਰ ਦੇਣਗੇ? ਹੋ ਸਕਦਾ ਸਾਡੇ ਘਰੇ ਨਾ ਟੂਣਾ ਕਰ ਗਏ। ਅਰੇ ਭਾਈ ਟੂਣਾ ਤੁਹਾਨੂੰ ਕੀ ਕਰ ਦੇਗਾ? ਤੁਸੀਂ ਜਿਉਂਦੇ ਹੀ ਨਹੀਂ ਹੋ। ਹਾਲੇਲੂਇਆ। ਇਹ ਸੰਸਾਰ ਦਾ ਟੂਣਾ ਤੁਹਾਨੂੰ ਕੀ ਕਰੇਗਾ? ਸੰਸਾਰ ਵੱਲੋਂ ਤਾਂ ਤੁਸੀਂ ਮਰ ਗਏ ਹੋ। ਹਾਲੇਲੂਇਆ। ਇਹ ਸੰਸਾਰ ਤੁਹਾਨੂੰ ਕੁਝ ਨਹੀਂ ਦੇ ਸਕਦਾ।
प्रभु यीशु मसीह कहता मैं तुहानू सच्ची शांति दिना, ये संसार जो दिंदा वो मैं तुहानू नहीं दिंदा। हालेलुया। हाँ जी, पढ़िए बेटा। आनंद करने वालों के साथ आनंद करो और रोने वालों के साथ रो। आपस में एक सा मन रखो, अभिमानी न हो, परंतु दीनों के साथ संगति रखो, अपनी दृष्टि में बुद्धिमान न हो। ये लिखा आनंद खुशी करने वाले दे नाल तुसीं खुश हो जाओ ते रोण वाले दे नाल बैठ के रो लो, आपस दे विच एक जैसा मन रखो, अभिमानी ना हो। ते जेड़े दीन लोग ने, जेड़े नम्र लोग ने, जेड़े अपने आप नूं गरीब समझ के चलदे ने, उन्हां दी संगतियां रखो ते अपनी निगाह दे विच बुद्धिमान ना हो। हालेलुया। अपनी निगाह दे विच बड़ा चंट चलाक ना बन कि हाँ मैं तो बहुत चलाक है, मैनूं तो ये भी आंदा, मैनूं वो भी आंदा, मैनूं इधरों भी पता है, मैनूं इस चीज़ दा भी पता। अरे सानूं कुछ नहीं पता। हालेलुया। हालेलुया। तुहानूं पता एक अच्छा बंदा, सही सलामत बंदा जिहड़ा कहंदा कि हाँ मेरे विच इन्ना जोर है, मैं आह कर सकदा, वो कर सकदा, सुबह जदों उठदा ते पता लगदा कि एक साइड पैरालाइज हो गई, की कर लेगा। हालेलुया। अपने आप को बुद्धिमान कहता, जिहड़ा कहता कि मेरे जैसा दिमाग तेज किसी का नहीं है, पता लगता वो पागल हो गया। इसलिए परमेश्वर कहता कि अपनी समझ ते बिल्कुल भी, अपनी बुद्ध ते बिल्कुल भी ना गुमान कर, अपना मान कर कि मैंने इस चीज़ के बारे में पता है या मैंने आह चीज़ आंदियां ने। हालेलुया। हाँ जी, पढ़िए। बुराई के बदले किसी से बुराई न करो, जो बातें सब लोगों के लिए खुली हैं, उनकी चिंता ही करो। लिखा बुराई के बदले किसी के नाल बुराई ना करो। कोई भी बुराई करता है, अरे कोई नहीं, मुंह फेर। हालेलुया। देखो ही ना, कबूतर नूं देखिया ना, जो बिल्ली आई जो की करना, कहना जो मैनू नहीं देखती तो मैं किहड़ा उहनूं देखदा हूं। वो गल अलग है कि बिल्ली नूं देखदा रहिंदा। संसार दे विच ऐदां ही अखां बंद कर लो, जे कोई कुछ बोलदा है, अरे यार सानूं सुणदा नहीं, कन्न बंद कर। हालेलुया। बुराई वालों अपने कन्न बंद कर, नहीं सानूं बुराइयां देखणियां, नहीं असीं बुराइयां सुणनियां, नहीं असी किसी के खिलाफ बोलना, नहीं असी किसी के लिए कहना क्या माड़ा सोचना, नहीं असी किसी को माड़ा कहना। हालेलुया। अपने आप को चेंज करो, देख कल तो बहुत सोहना होने वाला है। हालेलुया। मैं बार बार सिखाना है, जो असीं माफ़ कर देना अपने आप को बचाने, तो जो असीं इन्हां बुराइयां वालों देखना बंद कर देंगे ना, तो साडा कल बहुत सोहना निकलने वाला है। हालेलुया। यकीन मनो इन्ना सोहना तुहाडा कल आएगा ना कि लोग तुहानूं इस चीज़ के बारे मुबारकबाद देंगे, या सच तुसीं खुदा दे बंदे हो, सच तुसीं रब दे बंदे हो, सच तुहाडे रब ने तुहानूं किवें बदलिया है। तुहानूं पुछया करनगे तुसीं बदल किवें गए, चेंज इन्ने हो किवें गए। हालेलुया। यकीन मनो तुहानूं लोग एक पुछया करें की इहदा सबजैक्ट है, की तुहाडा मतलब तुसीं चेंज करन, तुहानूं अपने आप नूं बदलण दे विच तुसीं की कीता है। हालेलुया। सच जाणिओ ये चीज़ां तुहानूं आके पुछिया जाया करनियां भी तुसीं किवें बदल किवें गए, इन्ने अपने आप को बदलिया किहड़े तरीके दे नाल ते किवें बदले हो। हाँ जी, पढ़ी बेटा। जहाँ तक हो सके तुम भरसक सब मनुष्यों के साथ मेल मिलाप रखो। हे प्रियो, बदला न लेना, परंतु परमेश्वर के क्रोध को अवसर दो, क्योंकि लिखा है बदला लेना मेरा काम है, प्रभु कहता है मैं ही बदला लूंगा। यस, की लिखा है प्रियो बदला ना लो, क्योंकि परमेश्वर के क्रोध नूं टाइम दो। लिखा है बदला लेना तो मेरा काम है, प्रभु कहता तू क्यों बदला लेना, मैं तेरे बदले, तेरियां लड़ाइयां तो मैं लड़न वास्ते बैठा, तू एवं कहता भी रौला पाइए ना बाहर खड़ा हो गई। हालेलुया। तू क्यों लड़ाइयां लड़न के लिए गल्लां करदा, क्यों तू डांग चक के, क्यों तू अपना मुंह खोल के अपना बुराइयां लै रहा ते बुराइयां कर रहा। जो मैं बैठा तू मैनू टाइम दे के फिर देखदा तेरे घुटनियां ते किवें आउंदा। हालेलुया। ਉਹੀ ਬੰਦਾ ਤੁਹਾਡੇ ਤੇ ਕੋਲੇ ਆ ਕੇ ਮਾਫੀ ਨਾ ਮੰਗੇ ਜੇ ਤੁਸੀਂ ਪਰਮੇਸ਼ਰ ਨੂੰ ਟਾਈਮ ਦਿੱਤਾ ਹੋ, ਤੇ ਜੇ ਤੁਸੀਂ ਪਰਮੇਸ਼ਰ ਨੂੰ ਟਾਈਮ ਨਹੀਂ ਦਿੱਤਾ ਨਾ, ਫਿਰ ਤੁਸੀਂ ਜਾ ਕੇ ਉਹਦੇ ਘੁਟਨਿਆਂ ਤੇ ਮਾਫੀ ਮੰਗਦੇ ਫਿਰੋਗੇ। ਕਿਉਂ ਉਹਨੇ ਕੇਸ ਕਰ ਦੇਣਾ, ਫਿਰ ਉਹਨਾਂ ਨੇ ਆਖਣਾ ਭਾਈ ਸਮਝੌਤਾ ਕਰ ਲਓ, ਸਮਝੌਤਾ ਕਰ ਨਾ ਕਰੋਗੇ ਫਿਰ ਤੋਂ ਚੱਲ ਜੀ ਮੈਨੂੰ ਮਾਫ ਕਰ ਦਿਓ, ਮੇਰੇ ਤੋਂ ਗਲਤੀ ਹੋ, ਫਿਰ ਤੁਸੀਂ ਉਹਦੇ ਘੁਟਨਿਆਂ ਤੇ ਡਿੱਗਦੇ ਫਿਰੋਗੇ। ਤੇ ਜੇ ਤੁਸੀਂ ਉਹੀ ਟਾਈਮ ਆਪਣੇ ਪਰਮੇਸ਼ਰ ਨੂੰ ਦੇ ਦਿਓ ਤੇ ਫਿਰ ਦੇਖੋ ਉਹ ਬੰਦਾ ਤੁਹਾਡੇ ਘੁਟਨਿਆਂ ਤੇ ਕਿਵੇਂ ਆਉਂਦਾ। ਹਾਲੇਲੂਇਆ, 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 ਹਾਲੇਲੂਇਆ। ਰਾਤੀ ਮੈਨੂੰ ਇੱਕ ਭੈਣ ਨੇ ਗਵਾਹੀ ਦਿੱਤੀ, ਕਹਿੰਦੇ ਕਿ ਜਦੋਂ ਮੈਂ ਪ੍ਰਭੂ ਦੇ ਵਿੱਚ ਨਵੀਂ ਆਈ ਨਾ, ਤੇ ਉਹ ਕਹਿੰਦੀ ਕਿ ਮੇਰਾ ਉਹਦਾ ਦਿਓਰ ਵੀ ਲੱਗਦਾ, ਤੇ ਉਹ ਕਹਿੰਦਾ ਕਿ ਵੀ ਬਹੁਤ ਮਜ਼ਾਕ ਉਡਾਇਆ ਉਸਨੇ ਮੇਰਾ, ਇੰਨਾ ਮਜ਼ਾਕ ਉਡਾਇਆ, ਇੰਨਾ ਮਜ਼ਾਕ ਉਡਾਇਆ। ਅੱਜ ਕਹਿੰਦੇ ਉਹ ਐਸੀ ਕਹਿੰਦੇ ਉਹ ਬਿਮਾਰੀ ਜਿਹੜੀ ਖਾਰਿਜ ਦੀ ਬਿਮਾਰੀ ਦੇ ਨਾਲ ਬਿਲਕੁਲ ਕਹਿੰਦੇ ਹੁਣ ਜੈਪਰੋ ਦਵਾਈਆਂ ਲੈ ਰਹੇ। हालेलुया। मतलब उसने आप कुछ नहीं उन किया,
परंतु अपने आप ਨੂੰ ਤੇ ਉਸ ਨੂੰ ਪਰਮੇਸ਼ਰ ਦੇ ਹੱਥ ਸੌਂਪ ਦਿੱਤਾ। ਕਹਿੰਦਾ ਪਰਮੇਸ਼ਰ ਤੂੰ ਜਾਣੇ ਤੇ ਇਹ ਜਾਣੇ ਤੇ ਮੈਂ ਇਹ ਵਿੱਚੋਂ ਨਿਕਲ ਗਿਆ। ਹਾਲੇਲੂਇਆ। ਤੇ ਜਦੋਂ ਨਿਕਲਦਾ ਹੈ ਨਾ ਪਰਮੇਸ਼ਰ ਦੇ ਵਿੱਚ, ਜਦੋਂ ਅਸੀਂ ਸਿਰਫ ਉਹਨਾਂ ਦੋਨਾਂ ਨੂੰ ਛੱਡ ਦਿੰਦੇ ਹਾਂ ਪਰਮੇਸ਼ਰ ਤੇ ਉਸ ਨੂੰ, ਕਿ ਪਰਮੇਸ਼ਰ ਦਾ ਇਹ ਜੋ ਕਰਦਾ ਹੈ, ਇਹਨੇ ਜੋ ਕੀਤਾ ਹੈ, ਇਹਨੇ ਜੋ ਵੀ ਮੇਰੇ ਨਾਲ ਜਾਇਦਾ ਕੁਝ ਵੀ ਰਿਸ਼ਤਾ ਇਹਨੇ ਮੈਨੂੰ ਗਲਤ ਕੀਤਾ ਜਾਂ ਮੇਰਾ ਕੁਝ ਵੀ ਇਹਨੇ ਮੇਰੀ ਬੁਰਾਈ ਕੀਤੀ ਹੈ, ਤੂੰ ਜਾਣੇ ਇਹ ਜਾਣੇ, ਤੁਹਾਡਾ ਦੋਨਾਂ ਦਾ ਮੁਕੱਦਮਾ, ਅਸੀਂ ਵਿੱਚੋਂ ਨਿਕਲ ਗਏ। फिर देखो परमेश्वर की हालात की बनाऊंगा। हालेलुया। हाँ जी पढ़िए। परंतु यदि तेरा बैरी भूखा हो तो उसे खाना खिला, यदि प्यासा हो तो उसे पानी पिला, क्योंकि ऐसा करने से तो उसके सिर पर आग के अंगारों का ढेर लगाएगा। यस हालेलुया। ये बहुत बड़ा काम है ਜਿਹੜੀ ਆ 20 ਐਤ ਦੇ ਵਿੱਚ ਲਿਖਿਆ ਨਾ, ਬਹੁਤ ਵੱਡਾ ਕੰਮ ਹੈ ਕਿ ਯਦੀ ਤੇਰਾ ਬੈਰੀ ਭੁੱਖਾ ਹੋਵੇ ਤਾਂ ਉਹਨੂੰ ਖਾਣਾ ਖਿਲਾ, ਹੈਨਾ। ਮੈਂ ਨਹੀਂ ਇਹਨੂੰ ਖਾਣਾ ਖਿਲਾ ਕੇ ਉਹਨੇ ਖੜਾ ਹੋ ਕੇ ਮੇਰੀ ਡਾਂਗ ਮਾਰਨੀ, मैं क्यों खुआऊं भाई? जो प्यासा है तो उन्होंने पानी पिला ना जी। मैं तो पानी छड़, मैं तो को इंसान ही कर सकता पानी। चंगा मरदा मरे मेरे को नहीं तो निकले। लेकिन प्रभु का वचन कहता है जो तू यही काम करता ना तो वो सिर उत्ते अग के अंगारिया का ढेर रखदा है। हालेलुया हालेलुया। प्यारिओ जो भुखा है ना, तो सच कह रहे हैं कि रोटी की भुख मिटाई जा सकती, लेकिन जो परमेश्वर के वचन की भुख है ना वो कितनी नहीं मिटाई जा सकती। हालेलुया। वो भुख इदां दी है कि वो वधदी तुरी जाती है। तो मैंने बहुत बार लोग कहते हैं पास ਜਿਹੜੇ ਤੁਹਾਡੇ ਖਿਲਾਫ ਚੱਲਦੇ ਆ, ਜੇ ਅਗਰ ਤੁਹਾਨੂੰ ਫੋਨ ਕਰਦੇ ਸਾਡੇ ਲਈ ਪ੍ਰਾਰਥਨਾ ਕਰਦੇ, ਤੁਸੀਂ ਭੱਜ ਕੇ ਪ੍ਰਾਰਥਨਾ ਕਰਦੇ, ਤੁਹਾਡੇ ਦਿਲ ਦੇ ਵਿੱਚ ਐਦਾਂ ਕੁਝ ਆਉਂਦਾ ਹੀ ਨਹੀਂ ਹੈ ਕਿ ਤੁਸੀਂ ਉਹਦੇ ਨਾਲ ਵੀ ਉਹਨੇ ਤੁਹਾਡੇ ਨਾਲ ਮਾੜਾ ਕੀਤਾ ਤੁਸੀਂ ਉਹਦੀ ਪ੍ਰਾਰਥਨਾ ਕਰੋ। ਕਿਉਂ ਬਈ? ਬਾਈਬਲ 'ਚ ਲਿਖਿਆ ਤੂੰ ਆਪਣੇ ਵੈਰੀ ਦੇ ਭੁੱਖੇ ਦਾ ਖਾਣੇ ਦਾ ਇੰਤਜ਼ਾਮ ਕਰਦੇ। ਹਾਲੇਲੂਇਆ। ਕਿਉਂਕਿ ਪਿਆਸਾ ਤੇ ਉਹਦੇ ਪਾਣੀ ਦਾ ਇੰਤਜ਼ਾਮ ਕਰਦੇ, ਤੇ ਫਿਰ ਦੇਖੋ ਤੇ ਸਿਰ ਤੇ ਅੰਗਾਰਿਆਂ ਦਾ ਢੇਰ ਕਿਵੇਂ ਜਾਂਦਾ। ਹਾਲੇਲੂਇਆ। ਇਹ ਸਾਡੇ ਪਰਮੇਸ਼ਰ ਦਾ ਮੁਕੱਦਮਾ ਲੜਨਾ। ਤੁਹਾਡਾ ਪਿਆਰ ਵਫਾਦਾਰ ਰਹੇਗਾ ਅਗਰ ਤੁਸੀਂ ਪਰਮੇਸ਼ਰ ਦੇ ਨਾਮ 'ਚ ਉਹਨੂੰ ਮਾਫ ਕੀਤਾ ਹੈ। ਜੇ ਅਗਰ ਤੁਸੀਂ ਉਹਨੂੰ ਮਾਫ ਨਹੀਂ ਕੀਤਾ, ਆਪਣੇ ਪਿਆਰ ਨੂੰ ਨਹੀਂ ਜੀ ਮੈਂ ਨਹੀਂ, ਇਹਦੇ ਨਾਲ ਕੋਈ ਮਤਲਬ ਨਹੀਂ ਰੱਖਣਾ, ਮੇਰਾ ਪਿਆਰ ਤੇ ਸਿਰਫ ਮੇਰਾ ਪਰਮੇਸ਼ਰ ਨਾਲ ਬਹੁਤ ਪਿਆਰ ਹੈ ਤੇ ਇਹਦੇ ਨਾਲ ਕੋਈ ਪਿਆਰ ਨਹੀਂ ਹੈ। ਹਾਲੇਲੂਇਆ। ਬਾਈਬਲ ਦੱਸਦੀ ਹੈ परमेश्वर पिता ने इंसान को अपने रूप दे विच बनाया, है ना। अपने रूप च बनाया या इंसान होर किसी के रूप च बनाता इंसान? उत्पत्ति 1:26 लिखा कहना आओ आप इंसान को आपदे सम्मान आपदे वर्गा बना लीए। तो जो परमेश्वर पिता ने अपने वर्गा साडे वर्गा परमेश्वर है, तो असीं कहने परमेश्वर का प्यार बथेरा है, इंसान मेरे भरा नाल मेरा कोई प्यार नहीं। ਤੇ ਭੈਣੋ ਭਾਈਓ ਜੇ ਭਰਾ ਦੇ ਵਿੱਚ ਵੀ ਤਾਂ ਪਰਮੇਸ਼ਵਰ ਦਾ ਹੀ ਆਤਮਾ ਲਿਖਿਆ ਹੈ, ਉਹਨੇ ਇਨਸਾਨ ਦੇ ਵਿੱਚ ਆਪਣਾ ਆਤਮਾ ਆਪਣਾ ਰੂਹ ਪਾਇਆ, ਹਨਾ। ਜਦੋਂ ਉਹਦੇ ਸਾਹ ਦੇ ਵਿੱਚ ਸਾਹ ਫੂਕਿਆ, ਮਤਲਬ ਆਪਣਾ ਆਤਮਾ ਆਪਣਾ ਹਿੱਸਾ ਉਹਦੇ ਵਿੱਚ ਪਾਇਆ, ਫਿਰ ਅਸੀਂ ਉਹਦੇ ਨਾਲ ਕਿਵੇਂ ਕਹਿ ਸਕਦੇ ਕਿ ਸਾਡਾ ਵੀ ਪਰਮੇਸ਼ਵਰ ਦਾ ਪਿਆਰ ਬਥੇਰਾ ਹੈ, ਇਨਸਾਨ ਨਾਲ ਮੇਰਾ ਪਿਆਰ ਹੈ ਨਹੀਂ। ਹਾਲੇਲੂਇਆ ਹਾਲੇਲੂਇਆ। ਹਾਂਜੀ ਪੜ੍ਹੀ ਬੇਟਾ। ਕੀ ਲਿਖਿਆ? ਬੁਰਾਈ ਤੋਂ ਨਾ ਹਾਰੋ ਪਰੰਤੂ ਭਲਾਈ ਦੇ ਨਾਲ ਬੁਰਾਈ ਨੂੰ ਜਿੱਤ ਲਓ। ਅਰੇ ਬੁਰੇ ਬੰਦੇ ਵੀ ਤੁਹਾਡੇ ਨਾਮ ਦੀ ਜੈ ਜੈਕਾਰ ਕਰਿਆ ਕਰਨਗੇ। ਹਾਲੇਲੂਇਆ। ਮੈਂ ਇੱਕ ਹੋਰ ਚ ਕਹਿੰਦਾ ਨਾ, ਬੁਰਾਈ ਕਿਸ ਚੀਜ਼ ਦੀ? ਇਹਦਾ 13 ਦਿਨੋਂ ਪੜ੍ਹਨ ਦੀ ਬੁਰਾਈ ਦੀ ਜੋ ਗੱਲਾਂ ਕੁਝ ਗੱਲਾਂ ਦੱਸਾਂਗੇ ਜੋ ਬੁਰਾਈ ਹੈ। ਹਾਂਜੀ। ਕਿਉਂਕਿ ਇਹ ਹੈ ਕਿ ਬੇਵਿਚਾਰ ਨਾ ਕਰਨਾ, ਹੱਤਿਆ ਨਾ ਕਰਨਾ, ਚੋਰੀ ਨਾ ਕਰਨਾ, ਲਾਲਚ ਨਾ ਕਰਨਾ, प्रेम को छोड़ और किसी भी आज्ञा को तुम सब का सारांश इस बात में पाया जाता है। यस हालेलुया। की लिखा है? उन्हें 4 गल्लां बहुत वड्डियां दसियां। पहली व्यभिचार नहीं करना, दूजी हत्या नहीं करनी, तीजी चोरी नहीं करनी, चौथा लालच नहीं करना। ये 4 गल्लां बहुत एक्सपीरियंस वाली गल्लां ने। चोरी असी किस चीज़ की करते हैं? 2-4 रुपये की चोरी नहीं है। हालेलुया। जो असी परमेश्वर के नाल चोरी करते हैं ये उस चोरी का काम करें। लालच जिहड़ा असी अपना छड्ड के दूसरिਆਂ ਦਾ लालच करते हैं। हालेलुया हालेलुया। जो मैं परसों संगरी सी ना, संगरी एक भैन नरेगा से नहीं गई तो उन्होंने क्या दूसरे गए तो कहते भाई साड़ी नरेगा के पैसे कहती हाए मैं तो गई नहीं तो उन्होंने पैसे आ गए। मैं क्या दुख है कि दस रही हूँ उन्होंने पैसे आ गए। चुप हो गई। मैं कहता मतलब तेनों तेरी खुशी ना कोई मतलब नहीं, वो खुशी तो तेन बड़ा दुख होया वो पैसे क्यों आ गए? अरे तू भी जा तेरे भी आ जाएंगे। हालेलुया हालेलुया। यार बहुत बड़ा दुख है, ये लालच है। हत्या असी किस चीज़ की करते हैं? ये कतल की हत्या वो नहीं है, विश्वास की हत्या करनी, किसी दिल की हत्या करनी, किसी ईमान को तोड़ना, ये वो हत्या है
ਜਿਹਦਾ ਪਰਮੇਸ਼ਰ ਬਦਲਾ ਲੈਂਦਾ ਹੈ। ਹਾਲੇਲੂਇਆ, ਹਾਲੇਲੂਇਆ। ਅਗਰ ਕਹਿੰਦਾ ਸਾਰੀਆਂ ਗੱਲਾਂ ਦਾ ਸਾਰਾਂਸ਼ ਹੋਵੇ, ਇਸ ਗੱਲਾਂ ਦੇ ਵਿੱਚ ਸਭ ਕੁਝ ਹੈ। ਹਾਲੇਲੂਇਆ, ਹਾਂਜੀ ਬੇਟਾ। अपने पड़ोसी से अपने समान प्रेम रखो। प्रेम पड़ोसी की कुछ बुराई नहीं करता, इसलिए प्रेम रखना व्यवस्था को पूरा करना है। यस आमीन, हालेलुया। कि लिखा अपने पड़ोसी ਨੂੰ ਆਪਣੇ ਵਰਗਾ ਪਿਆਰ ਕਰ, ਆਪਣੇ ਪੜੋਸੀ ਨੂੰ ਆਪਣੇ ਵਰਗਾ ਪਿਆਰ ਕਰ। ਤੇ ਪ੍ਰੇਮ ਪੜੋਸੀ ਦੀ ਬੁਰਾਈ ਨਹੀਂ ਕਰਦਾ। ਤੇ ਇਸ ਲਈ ਕਹਿੰਦਾ ਪ੍ਰੇਮ ਰੱਖਣਾ, ਇਹ ਬਾਣੀ ਨੂੰ, ਇਹ ਵਿਵਸਥਾ ਨੂੰ, ਬਾਈਬਲ ਨੂੰ ਪੂਰਾ ਕਰਨਾ ਹੈ। ਪਿਆਰ ਇਹੀ ਹੈ। ਹਾਲੇਲੂਇਆ। ਪ੍ਰੇਮ ਦੇ ਕੁਝ ਸੰਦੇਸ਼ ਨੇ, ਉਹ ਅਸੀਂ ਅਗਲੇ ਸੰਦੇਸ਼ ਨੂੰ ਸ਼ੁਰੂ ਕਰਾਂਗੇ। ਲੇਕਿਨ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਪਰਮੇਸ਼ਰ ਦੇ ਵਿੱਚ ਇਦਾਂ ਹੀ ਰਹਿਣਾ। ਹਾਲੇਲੂਇਆ, 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 ਹਾਲੇਲੂਇਆ। ਕਹਿ ਤੌਰ ਪੜ੍ਹਦੇ ਬੇਟੇ 13 ਦੀ 13 ਪੜ੍ਹਦੇ, ਇਹਦੇ ਵਿੱਚ ਕੁਝ ਅੱਛਾ ਦਿਖ ਰਿਹਾ ਹੈ। जैसा दिन को शोभा देता है, वैसा ही हम सीधी चाल चले, न्याय की लीला क्रीड़ा और पियक्कड़पन में और न्याय व्यभिचार और लुचपन में और न झगड़े और ढाक। ਯੈਸ ਹਾਲੇਲੂਇਆ। ਇਹਦੇ ਵਿੱਚ ਮੈਂ ਕੁਝ ਗੱਲਾਂ ਤੁਹਾਨੂੰ ਦੱਸਾਂਗਾ, ਜਿਹੜੀਆਂ ਦੀਆਂ ਲਾਸਟ ਗੱਲਾਂ ਹੈ ਨਾ, ਝਗੜੇ ਤੇ ਢਾਹ, ਦੋ ਗੱਲਾਂ ਨੂੰ ਮੈਂ ਜਾਣਦਾ। ਝਗੜਾ ਤੇ ਜਦੋਂ ਅਸੀਂ ਢਾਹ ਕਰਦੇ, ਕਿਸੇ ਦੇ ਨਾਲ ਵਿਰੋਧ ਕਰਦੇ ਹਾਂ, ਇਹ ਸਭ ਤੋਂ ਵੱਡੀਆਂ ਸਾਡੇ ਸਰੀਰ ਨੂੰ ਖਤਮ ਕਰਨ ਵਾਲੀਆਂ ਗੱਲਾਂ। ਹਾਲੇਲੂਇਆ। ਬਸ ਇਹ ਦੋ ਗੱਲਾਂ ਹੀ ਸਾਡੇ ਜੀਵਨ ਦੇ ਵਿੱਚ ਸਭ ਤੋਂ ਸਾਡੇ ਜੀਵਨ ਨੂੰ ਪੂਰੀ ਨੂੰ ਖਤਮ ਕਰ ਸਕਦੀਆਂ। ਤੀਜੀ ਕੋਈ ਗੱਲ ਨਹੀਂ ਹੈ। ਹਾਲੇਲੂਇਆ, 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 ਹਾਲੇਲੂਇਆ। ਸੋ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ, ਬਹੁਤ ਸਾਰੀ ਆਸ਼ੀष ਦੇਵੇ। ਆइए ਆਪਾਂ ਸਾਰਿਆਂ ਨੂੰ ਪ੍ਰਾਰਥਨਾ ਕਰੀਏ। ਖੁਦਾ ਦਾ ਸ਼ੁਕਰ ਕਰਦੇ ਹਾਂ ਪ੍ਰਭੂ ਪਿਤਾ ਪਰਮੇਸ਼ਰ ਦੇ ਨਾਮ ਵਿੱਚ। ਸਭ ਦੀਆਂ ਅੱਖਾਂ ਬੰਦ ਕਰੇ ਔਰ ਪ੍ਰਾਰਥਨਾ ਕਰੇ। ਪਵਿੱਤਰ ਪ੍ਰਭੂ ਤੇਰਾ